The role played by a number of characters over the last 100 years in South Asia that led to these events of 1984 have been downplayed far too often. This includes people like Mohandas Gandhi, who's venerated here in the West and celebrated as a bastion of peace. The reality is something very different. ਇਹ ਇੱਕ ਟਾਈਮ ਲੱਗਿਆ ਜੀ ਜਦੋਂ ਆਪਣਾ ਸਿੱਖ ਰਾਜ ਗਿਆ, ਉਸ ਤੋਂ ਬਾਅਦ ਜਿਹੜੀ ਲੜਾਈ ਲੜੀ ਆ ਭਾਈ ਮਹਾਰਾਜ ਸਿੰਘ ਨੇ ਜਾਂ ਹੋਰ, ਉਹਦੇ 'ਚ ਉਹ ਕਿਤੇ ਨਹੀਂ ਕਹਿ ਰਹੇ ਕਿ ਅਸੀਂ ਹਿੰਦੁਸਤਾਨ ਦੀ ਆਜ਼ਾਦੀ ਲਈ ਲੜ ਰਹੇ ਹਾਂ। ਉਹ ਪੰਜਾਬ ਦੀ ਜਿਹੜੀ ਸਿੱਖਾਂ ਦੀ ਸਿੱਖ ਰਾਜ ਹੈ ਉਹਨੂੰ ਉਹ ਰੀਸਟੋਰ ਕਰਨ ਵਾਸਤੇ ਯਤਨ ਕਰ ਰਹੇ ਨੇ। ਪਰ ਇਹਨਾਂ ਨੇ ਫਿਰ ਉਸ ਤੋਂ ਬਾਅਦ ਲਗਾਤਾਰ ਇੱਕ ਚੇਤਨਤਾ ਕੌਨਸ਼ੀਅਸਨੈਸ ਲੈ ਕੇ ਗਏ ਇੰਡੀਅਨਨੈਸ ਦੀ, ਕਿ ਤੁਸੀਂ ਜਿਹੜੀਆਂ ਹੈਗੀਆਂ ਆਪਣੇ ਪੰਜਾਬ ਦੇ ਤੌਰ 'ਤੇ ਨਾ ਸੋਚੋ ਕਿ ਸਾਰੇ ਦੇਸ਼ ਨੂੰ। ਅਤੇ ਇਹਦੇ 'ਚ ਬੜੀ ਸ਼ੈਤਾਨੀ ਨਾਲ ਵੀ ਕੀਤੀ, ਜਿਵੇਂ ਗਾਂਧੀ ਹੈ, ਜਦੋਂ ਚਾਬੀਆਂ ਦਾ ਮੋਰਚਾ ਜਿੱਤਿਆ ਗਿਆ ਜੀ, ਉਹਨੇ ਜਿਹੜੀ ਟੈਲੀਗ੍ਰਾਮ ਦਿੱਤੀ ਕਿ ਅੱਜ ਇੱਕ ਗੁਰਦੁਆਰਾ ਮੁਕਤ ਕਰਵਾ ਲਿਆ ਜਿਹੜਾ ਵੱਡਾ ਗੁਰਦੁਆਰਾ ਹੈ ਦੇਸ਼। ਹੁਣ ਜਦੋਂ ਦੇਸ਼ ਨੂੰ ਤੁਸੀਂ ਵੱਡਾ ਗੁਰਦੁਆਰਾ ਕਹਿਤਾ ਅਤੇ ਉਹ ਸਿੱਖ ਮਤਲਬ ਇਸ ਗੱਲ ਨੂੰ ਉਦੋਂ ਸਮਝ ਨਾ ਸਕੇ। ਪਰ ਵਿੱਚ ਦੀ ਮੈਂ ਜਦੋਂ ਹੁਣ ਸਟੱਡੀ ਕੀਤਾ ਕਿਤਾਬ ਲਿਖਣ ਵੇਲੇ ਗਾਦਰੀ ਬਾਬਿਆਂ ਵਾਲੀ, ਤਾਂ ਉਹਦੇ 'ਚ ਮੈਂ ਬਹੁਤ ਹੈਰਾਨ ਹੋਇਆ ਕਿ ਉਸ ਮੌਕੇ ਦੀ ਸਿੱਖ ਲੀਡਰਸ਼ਿਪ ਈਵਨ 20s ਦੇ ਵਿੱਚ ਜਾਂ 30s ਤੱਕ ਗਾਂਧੀ ਨੂੰ ਇਹ ਕਹਿ ਰਹੇ ਨੇ ਕਿ ਠੀਕ ਹੈ ਤੂੰ ਸਾਡੇ ਨਾਲ ਹਮਦਰਦੀ ਕੀਤੀ, ਪਰ ਅਸੀਂ ਜੋ ਕਰਨਾ ਹੈ ਸਾਡੇ ਵਾਸਤੇ ਧਰਮ ਪਹਿਲਾਂ, ਕੌਮੀਅਤ, ਭਾਰਤੀ ਕੌਮੀਅਤ ਦੂਜੇ ਨੰਬਰ 'ਤੇ ਹੈ। ਉਸ ਮੌਕੇ ਤੱਕ ਇਹ ਚੇਤਨਤਾ ਸਿੱਖਾਂ 'ਚ ਸੀ ਕਿ ਭਾਰਤੀ ਕੌਮੀਅਤ ਸਾਡੇ ਵਾਸਤੇ ਸੈਕੰਡਰੀ ਹੈ, ਧਰਮ ਸਾਡੇ ਵਾਸਤੇ ਪ੍ਰਾਇਮਰੀ ਹੈ, ਭਾਵੇਂ ਕਿ ਅਸੀਂ ਦੋਹਾਂ ਵਾਸਤੇ ਹੀ ਲੜ ਰਹੇ ਹਾਂ। ਪਰ ਹੌਲੀ ਹੌਲੀ ਕੀ ਹੋਇਆ, ਸਿਚੁਏਸ਼ਨ 47 ਤੱਕ ਜਾ ਕੇ ਜਾਂ 47 ਤੋਂ ਬਾਅਦ ਇਹ ਟੋਟਲੀ ਬਦਲ ਗਈ। ਅਤੇ ਫਿਰ ਜਾ ਕੇ ਇਹਨਾਂ ਨੇ, ਕਿਉਂਕਿ ਜਿਹੜਾ ਇੰਡੀਅਨਨੈਸ ਦਾ ਉਹ ਤੁਸੀਂ ਕਾਫੀ ਸਕੋਲਰਸ ਨੇ ਲਿਖਿਆ ਵੀ ਕਿਵੇਂ ਇਹਨਾਂ ਨੇ ਇੰਜੈਕਟ ਕੀਤਾ ਹੌਲੀ ਹੌਲੀ ਜਾ ਕੇ। ਪਹਿਲਾਂ ਹਿੰਦੂਆਂ ਵਿੱਚ ਵੀ ਇਹ ਨਹੀਂ ਸੀ, ਹਿੰਦੂਆਂ 'ਚ ਵੀ ਨਹੀਂ ਸੀਗਾ ਇਸ ਤਰ੍ਹਾਂ ਦਾ। ਸੋ ਇਹ ਕੁਛ ਹੱਦ ਤੱਕ ਅੰਗਰੇਜ਼ਾਂ ਨੇ ਵੀ ਕੀਤਾ, ਜਿਹੜੇ ਮਤਲਬ ਓਰੀਐਂਟਲਿਸਟ ਸਕੋਲਰਸ ਹੈ ਉਹ ਵੀ ਇਹ ਗੱਲ ਲੈ ਕੇ ਆਏ। ਦੇਸ਼ ਦੀ ਆਜ਼ਾਦੀ ਲਈ ਲੜਨ ਦੀ ਬਜਾਏ ਹਾਂਜੀ ਐਡੇ ਵੱਡੇ ਸਾਮਰਾਜ ਦੇ ਨਾਲ ਗੁਆਂਢੀ ਮੁਲਕਾਂ ਜਿਵੇਂ ਕਿ ਹਿੰਦੁਸਤਾਨ ਹੋਇਆ, ਬੰਗਾਲ ਹੋਇਆ, ਇਹਨਾਂ ਮੁਲਕਾਂ ਦੀ ਨਾਲ ਆਜ਼ਾਦੀ ਦੀ ਲੜਾਈ ਆਪਣੇ ਗੱਲ ਕਿਉਂ ਪਵਾਈ? ਦੇਖੋ ਇਹਦੇ 'ਚ ਦੋਵੇਂ ਗੱਲਾਂ, ਸਿੱਖਾਂ ਦੀ ਇੱਕ ਖੂਬਸੂਰਤੀ ਵੀ ਹੈ ਕਿ ਉਹ ਇੰਨੇ ਸੈਕਟੇਰੀਅਨ ਨਹੀਂ ਕਿ ਉਹ ਸਿਰਫ ਆਪਣੇ ਵਾਸਤੇ ਲੜਨ, ਅਤੇ ਉਹ ਮਤਲਬ ਹਮੇਸ਼ਾ ਇਤਿਹਾਸ 'ਚ ਸਿੱਖ, ਹੁਣ ਜੇ ਆਪਾਂ ਕਹੀਏ ਕਿ ਜਦੋਂ ਅਬਦਾਲੀ ਹਿੰਦੂਆਂ ਦੀਆਂ ਕੁੜੀਆਂ ਨੂੰ ਲੈ ਕੇ ਜਾਂਦਾ ਤਾਂ ਸਿੱਖ ਕਿਉਂ ਇੱਕ ਬਲਾ ਗਲ ਪਾਉਂਦੇ ਨੇ। ਕੁਛ ਗੱਲਾਂ ਦੀ ਤੁਹਾਡੀ ਮੋਰਲ ਡਿਊਟੀ ਬਣ ਜਾਂਦੀ ਹੈ, ਉਹਦੇ ਨਫੇ ਨੁਕਸਾਨ ਨੂੰ ਪਾਸੇ ਛੱਡ ਕੇ। ਜਿਹੜੀ ਨਫੇ ਨੁਕਸਾਨ ਲਾਭਹਾਨ ਦੀ ਬਿਰਤੀ ਹੈ ਇਹ ਹਿੰਦੂ ਬਿਰਤੀ ਹੈ, ਇਹ ਵਿਪਰ ਸੰਸਕਾਰ ਹੈ ਕਿ ਤੁਸੀਂ ਹਰ ਚੀਜ਼ ਨੂੰ ਲਾਭਹਾਨ ਦੀ ਦ੍ਰਿਸ਼ਟੀ ਤੋਂ ਦੇਖਦੇ ਹੋ। ਸਾਡੀ ਕੁਛ ਮੋਰਲ ਰਿਸਪੌਂਸੀਬਿਲਟੀ ਬਣਦੀ ਹੈ। ਅਸੀਂ ਹੋਰ ਵੀ ਦੇਖਦੇ ਹਾਂ ਕਿੰਨਾ ਘਟਨਾਵਾਂ ਦੇ ਵਿੱਚ, ਤੁਸੀਂ ਇੱਥੇ ਦੇਖੋ, ਤੁਹਾਡੇ ਇੱਥੇ ਵੀ ਵਾਪਰੀ ਹੈ, ਪੈਰਿਸ ਦੇ ਵਿੱਚ ਵੀ ਵਾਪਰੀ ਹੈ, ਵੀ ਕੋਈ ਗੋਰੀ ਕੁੜੀ ਨੂੰ ਜਾਂ ਔਰਤ ਦੇ ਉੱਤੇ ਹੱਥ ਉਠਾਉਂਦਾ ਹੈ ਜਾਂ ਉਹਨੂੰ ਤੰਗ ਕਰਦਾ ਹੈ, ਸਿੱਖ ਤੁਰਿਆ ਜਾਂਦਾ ਸੁਤੇ ਸਿੱਧੀ ਆਟੋਮੈਟਿਕਲੀ ਉਹ ਕਿਉਂ ਉਲਝ ਪੈਂਦਾ ਉੱਥੇ, ਜਦੋਂ ਕਿ ਬਾਕੀ ਲੋਕ ਤੁਰੇ ਜਾਣਗੇ ਵੀ ਆਪਾਂ ਇਹ ਤੋਂ ਕੀ ਲੈਣਾ। ਸੋ ਜਿਹੜੀ ਗੁਰੂ ਸਾਹਿਬ ਨੇ ਸਾਡੇ 'ਚ ਇਹ ਗੱਲ ਭਰਤੀ ਨਾ, ਪਰਉਪਕਾਰ ਦੀ ਭਾਵਨਾ, ਕਿ ਇਕੱਲਾ ਇਹ ਨਹੀਂ ਵੀ ਤੁਹਾਡੇ ਨਾਲ ਕੀ ਹੋ ਰਿਹਾ, ਉਹ ਕਿਸੇ ਨਾਲ ਵੀ ਹੋ ਰਿਹਾ, ਉਹਨੂੰ ਆਪਦਾ ਜਾਣੋ ਅਤੇ ਉਹਨੂੰ ਇੱਕ ਬਰਾਡਰ ਬਣਾ ਕੇ। ਹੁਣ ਸਿੱਖਾਂ ਦੀ ਤਾਂ ਇਹ ਸੀਗੀ ਖੂਬਸੂਰਤੀ ਦੈਟ ਵੇ, ਪਰ ਜਿਹੜਾ ਦੂਜਾ ਵਰਗ ਹੈ ਉਹਨੇ ਇਸ ਨੂੰ ਆਪਦੇ ਮਕਸਦ ਵਾਸਤੇ ਵਰਤਿਆ। ਗਦਰੀ ਬਾਬਿਆਂ ਦਾ ਮੈਂ ਸਾਰਾ ਇਸ ਤਰ੍ਹਾਂ ਐਕਸਪਲੇਨ ਕੀਤਾ ਕਿ ਉਹਨਾਂ ਨੇ ਦੇਸ਼ ਦੀ ਆਜ਼ਾਦੀ ਦੀ ਗੱਲ ਕੀਤੀ, ਪਰ ਇਹਦਾ ਮਤਲਬ ਨਹੀਂ ਕਿ ਉਹ ਆਪਣੇ ਆਦਰਸ਼ ਭੁੱਲ ਗਏ। ਪਰ ਇਹਨਾਂ ਦਾ ਸਾਰਾ ਯਤਨ ਇਹ ਰਿਹਾ, ਜਿਹੜਾ ਹਿੰਦੂ ਲੀਡਰਸ਼ਿਪ ਸੀਗੀ, ਕਿ ਇਹਨਾਂ ਨੂੰ ਇੰਨੀ ਕੁ ਗੱਲ ਨੂੰ ਯੂਜ਼ ਕਰ ਲਓ ਅਤੇ ਗਾਹਾਂ ਵਾਲੀ ਗੱਲ ਅੱਗੇ ਤੁਰਨ ਨਾ ਦਿਓ। The media war, the propaganda has been so complete that we now look at the events of 1984, the apocalypse, as something very different. They are termed as operations. Blue Star, which is talked about a lot, Woodrow's, which is known about less, and then of course Shanti, which is being called riots that took place in Delhi.